ब्लड प्रेशर ਦਾ ਵੱਧ ਕੇ ਲਗਾਤਾਰ ਵਧਿਆ ਰਹਿਣਾ ਤੇ ਘਟ ਕੇ ਲਗਾਤਾਰ ਘਟਿਆ ਰਹਿਣਾ ਇਹ ਕਿਸੇ ਨਾ ਕਿਸੇ ਸਰੀਰ ਦੇ ਵਿੱਚ ਕਮਜ਼ੋਰੀ ਜਾਂ ਬਿਮਾਰੀ ਦੀ ਅਲਾਮਤ ਬਣਦਾ ਹੈ। ਹੁਣ ਵਧੇ ਹੋਏ ਬਲੱਡ ਪ੍ਰੈਸ਼ਰ 'ਚ ਤੁਹਾਨੂੰ ਮੈਨੂੰ ਕੀ ਹੁੰਦਾ ਹੈ? ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬਲੱਡ ਪ੍ਰੈਸ਼ਰ ਵਧਿਆ ਹੋਇਆ? ਤੋ ਇਹ ਅਲਾਮਤਾਂ ਨੇ ਜਿਹੜੀਆਂ ਜਨ ਸਧਾਰਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਹ ਅਲਾਮਤਾਂ ਵਧੇ ਹੋਏ ਬਲੱਡ ਪ੍ਰੈਸ਼ਰ ਦੀਆਂ ਨੇ। ਸਿੰਪਟਮਸ ਇਹ ਹੋਣਗੇ ਕਿ ਤੁਹਾਡਾ ਲਿਪਿਡ ਪ੍ਰੋਫਾਈਲ ਸਾਰੇ ਦਾ ਸਾਰਾ ਠੀਕ ਹੈ, ਬਲੱਡ ਪ੍ਰੈਸ਼ਰ ਫੇਰ ਵੀ ਵਧਿਆ ਰਹਿੰਦਾ ਹੈ ਤੇ ਉਹਦੇ ਪਿੱਛੇ ਇਹ ਸਾਈਕਿਕ ਰੀਜ਼ਨਸ ਨੇ। ਪਾਊਡਰ ਦੀ ਫਾਰਮ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਪਾਉਣੇ ਆ, ਬਚੋ ਉਹਨਾਂ ਕੋਲੋਂ, ਤੁਹਾਨੂੰ ਪਤਾ ਨਹੀਂ ਉਹ ਕੀ ਕੁਛ ਹੈ। ਡੱਬਾ ਬੰਦ, ਪਾਊਚ ਬੰਦ, ਬੋਟਲ ਬੰਦ, ਇਹ ਸਾਰੇ ਦਾ ਸਾਰਾ ਨਾ ਯੂਜ਼ ਕਰੀਏ ਤੇ ਅਸੀਂ 50% ਦੁਨੀਆ ਕੈਂਸਰ ਤੋਂ ਬਚ ਸਕਦੇ ਹਾਂ। ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਜੋਗਰਾਜ ਸਿੰਘ ਕਾਲੂ ਪ੍ਰੋਗਰਾਮ ਪ੍ਰਾਈਮ ਹੈਲਥ ਲੈ ਕੇ ਆਏ ਹਾਂ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਡਾਕਟਰ ਅਰੀਦਮਨ ਸਿੰਘ ਮਾਹਲ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਤੇ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਅੱਜ ਜਿਸ ਚੀਜ਼ ਬਾਰੇ ਤੁਹਾਡੇ ਕੋਲੋਂ, ਜਿਸ ਚੀਜ਼ ਨੂੰ ਬਹੁਤੇ ਲੋਕ ਬਿਮਾਰੀ ਕਹਿ ਦਿੰਦੇ ਨੇ, ਉਹਦੇ ਬਾਰੇ ਜਾਣਕਾਰੀ ਲੈਣੀਆਂ ਨੇ, ਉਹ ਹੈ ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਦਾ ਵਧਣਾ, ਬਲੱਡ ਪ੍ਰੈਸ਼ਰ ਦਾ ਘਟਣਾ, ਦੋ ਹੀ ਚੀਜ਼ਾਂ ਹੋ ਸਕਦੀਆਂ ਨੇ ਜਿਹਨੂੰ ਬਿਮਾਰੀ ਦਾ ਨਾਮ ਦਿੱਤਾ ਜਾਂਦਾ ਹੈ। ਪਰ ਇਹਦੇ ਕਾਰਨ ਵੱਖੋ ਵੱਖ ਨੇ, ਕਿਸੇ ਦਾ ਕੋਈ ਹੈ ਤੇ ਕਿਸੇ ਦਾ ਕੋਈ ਹੈ। ਬਹੁਤੀ ਵਾਰੀ ਤੇ ਸਾਨੂੰ ਕਾਰਨ ਲੱਭਿਆ ਹੀ ਨਹੀਂ ਜਾਂਦਾ ਸਾਡੇ ਕੋਲੋਂ ਕਿ ਕਾਰਨ ਹੈ ਕੀ। ਪਹਿਲੀ ਤੇ ਗੱਲ, ਤੁਸੀਂ ਬਲੱਡ ਪ੍ਰੈਸ਼ਰ ਨੂੰ ਕੀ ਮੰਨਦੇ ਹੋ, ਕਿਵੇਂ ਦੀ ਬਿਮਾਰੀ ਸਮਝਦੇ ਹੋ? ਕਿਉਂਕਿ ਤੁਹਾਡਾ ਇੱਕ ਚੀਜ਼ਾਂ ਨੂੰ ਵੇਖਣ ਸਮਝਣ ਦਾ ਆਪਣਾ ਨਜ਼ਰੀਆ। ਪਹਿਲਾਂ ਮੈਂ ਤੁਹਾਡਾ ਬਲੱਡ ਪ੍ਰੈਸ਼ਰ ਦੇ ਉੱਤੇ ਨਜ਼ਰੀਆ ਜਾਣਨਾ ਚਾਹੁੰਦਾ। ਬਲੱਡ ਪ੍ਰੈਸ਼ਰ ਆਪਣੇ ਆਪ 'ਚ ਕੋਈ ਬਿਮਾਰੀ ਨਹੀਂ ਹੈ। ਅੱਛਾ, ਇਹ ਤਾਂ ਕੁਦਰਤ ਦਾ ਵਰਤਾਰਾ ਆ, ਹਾਰਟ ਬਣਿਆ ਆ, ਉਹਨੇ ਪ੍ਰੈਸ਼ਰ ਦੇਣਾ ਆ, ਸਾਰੀ ਸਾਡੀ ਸਰੀਰ ਉਹਦੇ ਨਾਲ ਚੱਲਦਾ ਆ, ਪ੍ਰੈਸ਼ਰ ਹੋਣਾ ਜ਼ਰੂਰੀ ਹੈ। ਹਾਂ, ਬਲੱਡ ਪ੍ਰੈਸ਼ਰ ਬਿਮਾਰੀ ਨਹੀਂ ਹੈ। ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਬਲੱਡ ਪ੍ਰੈਸ਼ਰ ਦਾ ਘਟਣਾ, ਬਲੱਡ ਪ੍ਰੈਸ਼ਰ ਦਾ ਵੱਧ ਕੇ ਲਗਾਤਾਰ ਵਧਿਆ ਰਹਿਣਾ ਤੇ ਘਟ ਕੇ ਲਗਾਤਾਰ ਘਟਿਆ ਰਹਿਣਾ, ਇਹ ਕਿਸੇ ਨਾ ਕਿਸੇ ਸਰੀਰ ਦੇ ਵਿੱਚ ਕਮਜ਼ੋਰੀ ਜਾਂ ਬਿਮਾਰੀ ਦੀ ਅਲਾਮਤ ਬਣਦਾ ਹੈ। ਸੋ ਇਸ ਕਰਕੇ ਇਹ ਦੋ ਚੀਜ਼ਾਂ ਹੋ ਗਈਆਂ, ਇੱਕ ਹਾਈਪਰਟੈਂਸ਼ਨ, ਇੱਕ ਹਾਈਪੋਟੈਂਸ਼ਨ। ਇੱਕ ਬਲੱਡ ਪ੍ਰੈਸ਼ਰ ਦਾ ਵਧਣਾ ਤੇ ਵਧੇ ਰਹਿਣਾ, ਘਟਣਾ ਤੇ ਘਟੇ ਰਹਿਣਾ। ਸੋ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਸੋ ਇਸ ਕਰਕੇ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਮੈਨੂੰ ਬਲੱਡ ਪ੍ਰੈਸ਼ਰ ਹੈ। ਇਹ ਹਾਸੋਂ ਹੀ ਨਹੀਂ ਗੱਲ ਹੁੰਦੀ ਹੈ। ਉਹ ਬਲੱਡ ਪ੍ਰੈਸ਼ਰ ਤੇ ਹਰ ਕਿਸੇ ਨੂੰ ਆ ਤੇ ਰਹਿਣਾ ਵੀ ਚਾਹੀਦਾ ਹੈ। ਲੇਕਿਨ ਵਧੇ ਹੋਏ ਦੀ ਜੇ ਗੱਲ ਕਰੀਏ, ਕਿਉਂਕਿ ਘਟੇ ਹੋਏ ਦੀ ਬਾਅਦ 'ਚ ਗੱਲ ਕਰ ਲਾਂਗੇ ਜੀ, ਵਧੇ ਹੋਏ ਦੀ ਜੇ ਗੱਲ ਕਰੀਏ ਤਾਂ ਇਹਦੇ ਦੋ ਕਾਰਨ ਮੋਟੇ ਤੌਰ ਤੇ ਸਾਹਮਣੇ ਆਉਂਦੇ ਆ। ਸਾਈਕਿਕ ਰੀਜ਼ਨਸ ਨੇ, ਸੋਮੈਟਿਕ ਰੀਜ਼ਨਸ ਨੇ। ਅੱਛਾ, ਸਾਈਕਿਕ ਰੀਜ਼ਨ ਦਾ ਮਤਲਬ ਹੈ ਜਿਹੜੇ ਮਨੋਵਿਕਾਰ, ਮਨੋਰੋਗਾਂ ਕਰਕੇ ਲੋਕਾਂ ਦਾ ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਹੈ, ਜਿਹਦੇ ਵਿੱਚ ਸਟ੍ਰੈਸ ਹੈ, ਸਟ੍ਰੇਨ ਹੈ, ਐਂਗਜ਼ਾਇਟੀ ਆ, ਫੀਅਰ ਹੈ, ਫੋਬੀਆ ਹੈ, ਡਿਪਰੈਸ਼ਨ ਹੈ। ਔਰ ਇਹਦੇ ਉਲਟ ਉਹ ਹਾਈਪੋਟੈਂਸ਼ਨ ਦੇ ਵਿੱਚ ਕੁਛ ਦਾ ਰੋਲ ਹੈ, ਕੁਛ ਦਾ ਹਾਈਪਰਟੈਂਸ਼ਨ ਦੇ ਵਿੱਚ ਰੋਲ ਹੈ। ਸੋ ਜਦੋਂ ਬਾਡੀ ਸਲੋ ਚੱਲਦੀ ਹੈ, ਡਿਪਰੈਸ਼ਨ 'ਚ ਹੈ, ਉਦਾਸੀ ਆ, ਉਦਾਸੀਨਤਾ ਆ, ਉਸ ਵੇਲੇ ਬਲੱਡ ਪ੍ਰੈਸ਼ਰ ਘਟੇਗਾ। ਜਦੋਂ ਉਤੇਜਨਾ ਆ, ਐਂਗਜ਼ਾਇਟੀ ਆ, ਫੀਅਰ ਹੈ, ਫੋਬੀਆ ਹੈ, ਉਸ ਵੇਲੇ ਬਲੱਡ ਪ੍ਰੈਸ਼ਰ ਵਧੇਗਾ। ਇਹ ਸਾਈਕਿਕ ਰੀਜ਼ਨਸ ਨੇ। ਸੋਮੈਟਿਕ ਰੀਜ਼ਨਸ ਦੇ ਵਿੱਚ ਜਦੋਂ ਅਸੀਂ ਬਲੱਡ ਪ੍ਰੈਸ਼ਰ ਵਧੇ ਦੀ ਗੱਲ ਕਰਾਂਗੇ ਤਾਂ ਉਸ ਵੇਲੇ ਲਿਪਿਡ ਪ੍ਰੋਫਾਈਲ ਦਾ ਮਤਲਬ ਹੈ ਕਿ ਸੀਰਮ ਬਲੱਡ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਹੈ। ਉਹਦਾ ਆਧਾਰ ਟ੍ਰਾਈਗਲਿਸਰਾਈਡਸ ਨੇ ਜਿਹੜੇ ਉਹ ਵਧੇ ਹੋਏ ਨੇ। ਹੇਠਾਂ ਚਲੇ ਜਾਓ ਤੇ ਗੁੱਡ ਕੋਲੇਸਟ੍ਰੋਲ ਤੁਹਾਡਾ ਘਟਿਆ ਹੋਇਆ ਹੈ, ਬੈਡ ਕੋਲੇਸਟ੍ਰੋਲ ਵਧਿਆ ਹੋਇਆ ਹੈ।
ਉਹਨਾਂ ਦੀ ਇੱਕ ਸਪੈਸੀਫਿਕ ਰੇਸ਼ੋ ਆ ਖਰਾਬ ਹੋ ਜਾਂਦੀ ਹੈ। ਸਾਨੂੰ ਡਾਕਟਰ ਦੀ ਸਲਾਹ ਦੇ ਮੁਤਾਬਕ ਉਹਦੇ ਉੱਤੇ ਇੱਕਦਮ ਧਿਆਨ ਇਕਾਗਰਚਿਤ ਕਰਨਾ ਚਾਹੀਦਾ ਹੈ ਕਿ ਇਹ ਸਾਰੇ ਕਾਰਨ ਨੇ ਜਿਹੜੇ ਉਹਨਾਂ ਦਾ ਸਾਨੂੰ ਇਮੀਡੀਏਟ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਹੈਗੀ ਆ ਵਧੇ ਹੋਏ ਬਲੱਡ ਪ੍ਰੈਸ਼ਰ ਦੀ ਗੱਲ। ਹੁਣ ਵਧੇ ਹੋਏ ਬਲੱਡ ਪ੍ਰੈਸ਼ਰ 'ਚ ਤੁਹਾਨੂੰ ਮੈਨੂੰ ਕੀ ਹੁੰਦਾ ਹੈ? ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬਲੱਡ ਪ੍ਰੈਸ਼ਰ ਵਧਿਆ ਹੋਇਆ? ਪਹਿਲੀ ਤੇ ਗੱਲ ਇਹ ਆ ਕਿ ਸਾਡੀ ਆ ਜਿਹੜੀ ਨੈਕ ਆ, ਧੌਣ ਆ, ਗਿੱਚੀ ਆ, ਇਹਦੇ ਵਿੱਚ ਖਿਚਾਅ ਰਹੇਗਾ, ਖਿੱਚੀ ਰਹੇਗੀ, ਤਣਾਅ ਰਹੇਗਾ ਵਧੇ ਹੋਏ ਤੇ ਵਧਿਆ ਹੋਏਗਾ ਤੇ। ਨੰਬਰ 2, ਸਿਰ ਦੇ ਵਿੱਚ ਦਰਦ ਹੋਏਗੀ, ਟਸ ਟਸ ਕਰੇਗਾ ਸਿਰ। ਤੀਸਰਾ, ਨੀਂਦ ਨਹੀਂ ਆਏਗੀ। ਜੇ ਨੀਂਦ ਆ ਵੀ ਗਈ, ਰਾਤ ਖੁੱਲ ਗਈ ਤੇ ਫਿਰ ਦੁਬਾਰਾ ਤੇ ਆਏਗੀ ਨਹੀਂ। ਅੱਖਾਂ ਲਾਲ ਹੋ ਸਕਦੀਆਂ, ਅੱਖਾਂ ਕੰਨਾਂ ਚੋਂ ਸੇਕ ਨਿਕਲਦਾ, ਕਿਸੇ ਵੇਲੇ ਭੁਆਂਟੜੀ ਜਾਂ ਚੱਕਰ ਵੀ ਆ ਜਾਂਦਾ। ਇਹਨਾਂ ਹਾਲਾਤਾਂ ਦੇ ਵਿੱਚ ਦੌੜ ਕੇ ਆਪਣੇ ਡਾਕਟਰ ਕੋਲ ਜਾ ਕੇ ਮੁਆਇਨਾ ਕਰਾ ਲੈਣਾ ਚਾਹੀਦਾ ਹੈ ਕਿ ਕਿਤੇ ਕੋਈ ਭਿਆਨਕ ਅਵਸਥਾ ਤੇ ਨਹੀਂ ਹੈ। ਸੋ ਇਹ ਅਲਾਮਤਾਂ ਨੇ ਜਿਹੜੀਆਂ ਜਨ ਸਧਾਰਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਹ ਅਲਾਮਤਾਂ ਵਧੇ ਹੋਏ ਬਲੱਡ ਪ੍ਰੈਸ਼ਰ ਦੀਆਂ ਨੇ, ਸਿੰਪਟਮਸ ਇਹ ਹੋਣਗੇ। ਬੜੇ ਕਹਿੰਦੇ ਜੀ ਮੈਨੂੰ ਤਾਂ 2 ਸਾਲ ਹੋ ਗਏ, ਮੈਂ ਤਾਂ ਕਦੇ ਸੁੱਤਾ ਹੀ ਨਹੀਂ। ਪਹਿਲੀ ਤਾਂ ਗੱਲ ਨੀਂਦ ਆਉਣ, ਜੇ ਕਦੇ ਆ ਜਾਏ ਤਾਂ ਫਿਰ 4 ਵਜੇ ਉੱਠ ਗਈਦਾ, ਹੋਰ ਨਹੀਂ ਤੇ ਚਲੋ ਫਿਰ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਲਈਦਾ। ਉਹ 2 ਸਾਲਾਂ ਤੋਂ 4 ਸਾਲਾਂ ਤੋਂ ਵਧੇ ਜਾ ਰਿਹਾ, ਕਦੇ ਚੈੱਕ ਹੀ ਨਹੀਂ ਕਰਾਇਆ, ਕਦੇ ਵੇਖਿਆ ਹੀ ਨਹੀਂ। ਇਵੇਂ ਨਹੀਂ ਕਰਨਾ ਚਾਹੀਦਾ। ਇਹ ਅਲਾਮਤਾਂ, ਆ ਸਿੰਪਟਮਸ ਜਿਹੜੇ ਦੱਸੇ ਆ, ਅਗਰ ਇਹ ਆਉਣ ਤਾਂ ਜ਼ਰੂਰ ਡਾਕਟਰ ਦੀ ਸਲਾਹ ਤੇ ਡਾਕਟਰ ਤੋਂ ਮੁਆਇਨਾ ਕਰਾ ਲੈਣਾ ਚਾਹੀਦਾ। ਡਾਕਟਰ ਸਾਹਿਬ, ਕਈਆਂ ਦਾ 2-4 ਸਾਲ ਤੋਂ ਵੱਧ ਸਮਾਂ ਵੀ ਸੁਣਨ ਚ ਆਉਂਦਾ ਕਿ ਪਿਛਲੇ ਇੰਨੇ ਸਾਲ ਤੋਂ ਮੇਰਾ ਬੀਪੀ ਹਾਈ ਰਹਿੰਦਾ ਹੈ। 10-10 ਸਾਲਾਂ ਤੋਂ 10-10 ਸਾਲਾਂ ਤੋਂ ਵੀ ਰਹਿੰਦਾ। ਉਹ ਇੰਨੇ ਸਾਲ ਹਾਈ ਚਲੀ ਜਾਂਦਾ? ਇਹ ਕਿੰਨੇ ਕੁ ਸਾਲ ਹਾਈ ਤੇ ਬੰਦਾ ਸਰਵਾਈਵ ਹਾਈ ਚਲੇ ਜਾਂਦਾ? ਰਿਸਕ ਫੈਕਟਰ ਵਧਿਆ ਹੁੰਦਾ। ਅੱਛਾ, ਰਿਸਕ ਫੈਕਟਰ ਵੱਧ ਗਿਆ ਨਾ, ਜਦੋਂ ਬਲੱਡ ਪ੍ਰੈਸ਼ਰ ਲਗਾਤਾਰ ਵਧਿਆ ਜਾ ਰਿਹਾ ਹੈ 5 ਸਾਲਾਂ ਤੋਂ, 7 ਸਾਲਾਂ ਤੋਂ, 10 ਸਾਲਾਂ ਤੋਂ, ਉਹ ਬਾਡੀ ਦੀ ਤੇ ਥੋੜੀ ਜਿਹੀ ਕੰਡੀਸ਼ਨਿੰਗ ਹੋ ਗਈ, ਹਾਈ ਬਲੱਡ ਪ੍ਰੈਸ਼ਰ ਨੂੰ ਬੀਅਰ ਕਰਦੀ ਹੈ, ਪਰ ਰਿਸਕ ਫੈਕਟਰ ਹੈ ਜਿਹੜਾ, ਉਹ ਕਿਸੇ ਵੇਲੇ ਵੀ ਫੈਟਲ ਪ੍ਰੂਫ ਹੋ ਸਕਦਾ। ਸੋ ਇਸ ਕਰਕੇ ਬਲੱਡ ਪ੍ਰੈਸ਼ਰ ਅਗਰ ਵਧਿਆ, ਡਾਕਟਰ ਦੱਸ ਰਿਹਾ ਹੈ ਜਾਂ ਤੁਹਾਨੂੰ ਇਸ ਤਰ੍ਹਾਂ ਦੀਆਂ ਅਲਾਮਤਾਂ, ਤੇ ਉਹਦਾ ਇਲਾਜ ਪ੍ਰਬੰਧ ਹੋਣਾ ਚਾਹੀਦਾ। ਉਹਦਾ ਬਣਦਾ, ਅਗਰ ਸਾਈਕਿਕ ਰੀਜ਼ਨਸ ਨੇ ਤਾਂ, ਸੋਮੈਟਿਕ ਰੀਜ਼ਨਸ ਨੇ ਤਾਂ, ਉਹਦਾ ਇਲਾਜ ਪ੍ਰਬੰਧ ਹੋਣਾ ਚਾਹੀਦਾ। ਹੁਣ ਜੇ ਦੂਸਰੇ ਬੰਨੇ ਘਟੇ ਵੱਲ ਆ ਜਾਈਏ, ਘਟੇ ਚ ਮੈਂ ਹੁਣੇ ਆਉਣਾ ਹੈ। ਪਹਿਲਾਂ ਜੇ ਘਰੋਂ ਤੁਸੀਂ ਕੀ ਉਪਚਾਰ ਕਰਨਾ? ਜੇ ਬਲੱਡ ਪ੍ਰੈਸ਼ਰ ਪਹਿਲਾਂ ਵਧੇ ਦਾ ਕੀ ਉਪਚਾਰ ਕਰਨਾ? ਹੁਣ ਜੇ ਤੇ ਹੈਗੇ ਸਾਈਕਿਕ ਰੀਜ਼ਨਸ ਕਿ ਤੁਹਾਡਾ ਲਿਪਿਡ ਪ੍ਰੋਫਾਈਲ ਸਾਰੇ ਦਾ ਸਾਰਾ ਠੀਕ ਹੈ, ਬਲੱਡ ਪ੍ਰੈਸ਼ਰ ਫੇਰ ਵੀ ਵਧਿਆ ਰਹਿੰਦਾ ਹੈ, ਤੇ ਉਹਦੇ ਪਿੱਛੇ ਇਹ ਸਾਈਕਿਕ ਰੀਜ਼ਨਸ ਨੇ ਜਿਨ੍ਹਾਂ ਦਾ ਮੈਂ ਹੁਣੇ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਖੁਸ਼ ਰਹਿਣਾ, ਕਿਸ ਤਰੀਕੇ ਦੇ ਨਾਲ ਬਹੁਤੀ ਕਿਸੇ ਗੱਲ ਨੂੰ ਦਿਲ ਤੇ ਨਹੀਂ ਲਾਉਣਾ, ਇਧਰੋਂ ਸੁਣੀ ਤੇ ਇਧਰੋਂ ਬਾਹਰ ਕੱਢ ਦੇਣੀਆਂ, ਦਿਮਾਗ 'ਚ ਰਿੜਕਣਾ ਨਹੀਂ। ਜੇ 7ਵੇਂ ਘਰ ਕੋਈ ਮੁਸ਼ਕਲ ਹੋਈ ਹੈ ਤਾਂ ਉਹਨੂੰ ਆਪਣੀ ਨਾ ਬਣਾ ਲਓ, ਉਹਨੂੰ ਉਹਨਾਂ ਦੀ ਰਹਿਣ ਦਿਓ। ਸੋ ਖਾਮਖਾ ਸਾਡੇ ਕੋਲ ਤੇ ਆਪਣੀਆਂ ਪ੍ਰੋਬਲਮਸ ਨੂੰ ਹੱਲ ਕਰਨ ਦਾ ਸਮਾਂ ਨਹੀਂ ਹੈ, ਉਹਨਾਂ ਨੂੰ ਨਜਿੱਠਣ ਦੀ ਕੈਪੈਸਿਟੀ ਨਹੀਂ ਹੈ, ਤੇ 7ਵੇਂ ਘਰ ਜਿਹੜੀਆਂ ਪ੍ਰੋਬਲਮਸ ਨੇ ਉਹ ਤੁਸੀਂ ਕਿਉਂ ਲਿਆਉਂਦੇ ਹੋ? ਸੋ ਇਸ ਕਰਕੇ ਸਾਨੂੰ ਬਚਣਾ ਚਾਹੀਦਾ ਹੈ। ਫਿਰ ਤੁਹਾਨੂੰ ਠੀਕ ਨੀਂਦ ਆਵੇ, ਉਹਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੋ ਜਦੋਂ ਕਿਤੇ ਸਾਈਕਿਕ ਰੀਜ਼ਨਸ ਕਰਕੇ ਬਲੱਡ ਪ੍ਰੈਸ਼ਰ ਵੱਧਦਾ ਹੈ ਤੇ ਉਹਦੇ ਕਰਕੇ ਨੀਂਦ ਨਹੀਂ ਆਉਂਦੀ, ਬਹੁਤ ਵਾਰੀ ਡਾਕਟਰ ਉਹਨੂੰ ਇਨਸੋਮਨੀਆ ਕਹਿ ਦਿੰਦੇ ਆ, ਸਲੀਪਲੈਸਨੈਸ ਕਹਿ ਦਿੰਦੇ ਆ ਅਸੀਂ। ਫਿਰ ਤੁਸੀਂ ਕੀ ਕਰਨਾ ਉੱਥੇ? ਜਦੋਂ ਨੀਂਦ ਨਹੀਂ ਆਉਂਦੀ, ਕਿਉਂਕਿ ਇਹ ਬਲੱਡ ਪ੍ਰੈਸ਼ਰ ਨਾਲ ਜੁੜੀ ਹੋਈ ਗੱਲ ਹੈ, ਤੇ ਫਿਰ ਤੁਸੀਂ ਕੁਝ ਨਹੀਂ ਕਰਨਾ। ਨੱਕ ਦੇ ਦੋਨੋਂ ਨੋਸਟ੍ਰਿਲਸ ਦੇ ਵਿੱਚ ਬਦਾਮ ਰੋਗਨ ਜਾਂ ਦੇਸੀ ਘਿਓ ਥੋੜਾ ਜਿਹਾ ਕੋਸਾ ਕਰਕੇ ਪਤਲਾ ਹੋ ਜਾਂਦਾ, 2-2 3-3 ਡ੍ਰੌਪਸ ਦੋਨੋਂ ਨੋਸਟ੍ਰਿਲਸ ਦੇ ਵਿੱਚ ਪਾਓ। ਕੰਨਾਂ ਦੇ ਵਿੱਚ ਸਰੋਂ ਦਾ ਤੇਲ ਪਾਓ, 2-2 4-4 5-5 ਡ੍ਰੌਪ ਤੱਕ ਪੈ ਜਾਂਦਾ ਹੈ। ਤੇ ਇਸੇ ਤਰੀਕੇ ਦੇ ਨਾਲ ਸਿਰ ਤਾਲੂ ਨੂੰ ਝੱਸਣਾ, ਤੁਹਾਨੂੰ ਆਰਾਮ ਨਾਲ ਨੀਂਦ ਆ ਜਾਏਗੀ। ਜਦੋਂ ਨੀਂਦ ਆ ਜਾਏਗੀ ਤੇ ਫਿਰ ਤੁਹਾਨੂੰ ਬਲੱਡ ਪ੍ਰੈਸ਼ਰ ਲੋ ਡਾਊਨ ਹੈ, ਕਿਉਂਕਿ ਖਾਮਖਾ ਦਿਮਾਗ ਫਿਰ ਕੀ ਬੜੀ ਤੇਜ਼ ਚੱਲ ਰਹੀ ਹੈ, ਉਹਨੂੰ ਸਲੋ ਡਾਊਨ ਕਰਨ ਵਾਸਤੇ ਤੁਹਾਨੂੰ ਸਲੀਪ ਆਉਣੀ ਬਹੁਤ ਜ਼ਰੂਰੀ ਹੈ। ਇਹ ਰੋਜ਼ਾਨਾ ਜਦੋਂ ਕਿਤੇ ਇਹੋ ਜੀ ਅਵਸਥਾ ਹੈਗੀ ਹੈ। ਔਰ ਦੂਸਰਾ ਹੈਗਾ ਹੈ ਕਿ ਤੁਹਾਡੇ ਸੋਮੈਟਿਕ ਰੀਜ਼ਨਸ ਨੇ। ਸੋਮੈਟਿਕ ਰੀਜ਼ਨਸ ਦੇ ਵਿੱਚ ਤੁਹਾਡਾ
ਸੀਰਮ ਕੋਲੈਸਟਰੋਲ ਲੈਵਲ ਵਧਿਆ ਹੋਏਗਾ। ਮਤਲਬ ਇਹ ਕਿ ਤੁਹਾਡਾ ਖੂਨ ਹੈ ਜਿਹੜਾ ਉਹ ਸੰਘਣਾ ਹੈ। ਤੋ ਕੋਲੈਸਟਰੋਲ ਲੈਵਲ ਘਟਾਉਣ ਵਾਸਤੇ ਤੁਸੀਂ ਕੀ ਕਰਨਾ ਹੈ? ਪਹਿਲੀ ਚੀਜ਼ ਲਸਣ। ਅੱਛਾ। ਸ਼ੁਰੂਆਤੀ ਦੌਰ ਦੇ ਵਿੱਚ ਕਿਉਂਕਿ ਇੱਥੇ ਦੀਆਂ ਤੁਰੀਆਂ ਵੱਡੀਆਂ ਵੱਡੀਆਂ ਹੁੰਦੀਆਂ, ਲਸਣ ਦੀ ਇੱਕ ਤੁਰੀ ਅੱਧੀ ਸਵੇਰੇ ਅੱਧੀ ਸ਼ਾਮੀ ਬਰੀਕ ਬਰੀਕ ਸਲਾਈਸਿਸ ਕੱਢ ਕੇ ਖਾਣੇ ਦੇ ਦਰਮਿਆਨ ਫੱਕਾ ਮਾਰ ਕੇ ਪਾਣੀ ਦੇ ਨਾਲ ਨਿਗਲ ਲੈਣੀ ਆ, ਚਿੱਥਣੀ ਨਹੀਂ। ਓਕੇ। ਖਾਲੀ ਪੇਟ ਨਹੀਂ ਲਸਣ ਲੈਣਾ, ਵੋਲਾਟਿਲਿਟੀ ਹੁੰਦੀ ਆ, ਬਰਨਿੰਗ ਕਰਦੀ, ਸਾੜ ਪਾਉਂਦਾ ਹੈ। ਓਕੇ। ਖਾਲੀ ਪੇਟ ਲਸਣ ਨਹੀਂ ਲੈਣਾ। ਖਾਣੇ ਦੇ ਦਰਮਿਆਨ, ਚਾਹੇ ਦੁਪਹਿਰ ਵੇਲੇ ਵੀ ਲੈ ਲਓ ਤੇ ਰਾਤ ਨੂੰ ਵੀ ਲੈ ਲਓ, ਖਾਣੇ ਦੇ ਦਰਮਿਆਨ। ਔਰ ਸਵੈਲੋ ਕਰਨਾ ਹੈ। ਚਿੱਥੋਗੇ ਤੇ ਫਿਰ ਮੂੰਹ ਚੋਂ ਸਮੈਲ ਵੀ ਆਏਗੀ ਤੇ ਔਖਾ ਵੀ ਹੁੰਦਾ ਹੈ। ਸੋ ਲਸਣ ਲੈਣ ਦੀ ਆਦਤ ਪਾ ਲਓ 3 ਮਹੀਨੇ ਵਾਸਤੇ। ਓਕੇ। ਨੰਬਰ 2, ਟੇਬਲ ਸਾਲਟ, ਲੂਣ ਘੱਟ ਤੋਂ ਘੱਟ ਲੈਣ ਦੀ ਕੋਸ਼ਿਸ਼ ਕਰੋ। ਜੇ ਕਿਤੇ ਲੈਣਾ ਪੈ ਜੇ ਐਕਸਟਰਾ, ਤੁਸੀਂ ਉੱਪਰ ਤਰੋਂਕ ਕੇ ਕੋਈ ਸੈਲਡ ਤੇ ਯੂਜ਼ ਕਰਦਾ, ਕਿਸੇ ਤੇ ਯੂਜ਼ ਕਰਦਾ ਤੇ ਫਿਰ ਰੌਕ ਸਾਲਟ, ਕਾਲਾ ਲੂਣ ਮਿਲ ਜਾਂਦਾ ਬਾਜ਼ਾਰੋਂ, ਉਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਇਹ ਲੂਣ ਟੇਬਲ ਸਾਲਟ ਸਾਨੂੰ ਘਟਾਉਣਾ ਚਾਹੀਦਾ। ਅੱਛਾ, ਕਾਲਾ ਲੂਣ ਠੀਕ ਚੱਲ ਜਾਂਦਾ? ਉਹ ਕੰਪੈਰੀਟਿਵਲੀ ਠੀਕ ਹੈ, ਲੇਕਿਨ ਲੂਣ ਘੱਟ ਹੀ ਵਰਤਣਾ ਚਾਹੀਦਾ ਜਦੋਂ ਬਲੱਡ ਪ੍ਰੈਸ਼ਰ ਵਧਿਆ ਹੋਵੇ। ਪੈਪਰ ਵਗੈਰਾ। ਸੋ ਲਸਣ ਦੀ ਵਰਤੋਂ ਕਰਨੀ ਹੈ ਤੇ ਨਮਕ ਘਟਾਉਣਾ ਆ। ਤੁਸੀਂ ਆਪਣੇ ਕੋਲੋਂ ਇੰਨਾ ਪ੍ਰਬੰਧ ਜਿਹੜਾ ਆ ਉਹ ਕਰ ਸਕਦੇ ਹੋ। ਫਿਰ ਤੁਸੀਂ 3 ਮਹੀਨੇ ਬਾਅਦ ਫਿਰ ਦੁਬਾਰਾ ਲਿਪਿਡ ਪ੍ਰੋਫਾਈਲ ਕਰਾ ਲਓ। ਤੁਸੀਂ ਵੇਖੋਗੇ ਕਿ ਤੁਹਾਡੇ ਟ੍ਰਾਈਗਲਿਸਰਾਈਡਸ ਵੀ ਘਟੇ ਹੋਏ ਆ, ਤੁਹਾਡਾ ਸੀਰਮ ਕੋਲੈਸਟਰੋਲ ਵੀ ਘਟਿਆ ਹੋਇਆ ਤੇ ਜਦੋਂ ਗੁੱਡ ਕੋਲੈਸਟਰੋਲ ਘਟਦਾ ਆ, ਉਹਨੂੰ ਵਧਾਉਣ ਤੇ ਤੁਹਾਨੂੰ ਓਮੇਗਾ 369 ਅਲਸੀ ਦੇ ਤੇਲ ਤੋਂ ਮਿਲ ਜਾਂਦਾ ਹੈ, ਤੁਹਾਨੂੰ ਫਿਸ਼ ਆਇਲ ਤੋਂ ਮਿਲ ਜਾਂਦਾ ਹੈ। ਸੋ ਬਾਜ਼ਾਰ ਤੋਂ ਤੁਸੀਂ ਨੈਚੁਰਲ ਸਟੋਰ ਤੇ ਚਲੇ ਜਾਓ, ਉਹਨਾਂ ਨੂੰ ਤੁਸੀਂ ਕਹੋਗੇ ਓਮੇਗਾ 369 ਚਾਹੀਦਾ ਹੈ, ਉਹ ਲੈ ਕੇ ਉਹ ਗੁੱਡ ਕੋਲੈਸਟਰੋਲ ਨੂੰ ਵਧਾਏਗਾ, ਬੈਡ ਨੂੰ ਘਟਾਏਗਾ। ਤੇ ਬੈਡ ਕੋਲੈਸਟਰੋਲ ਬਣਦਾ ਕਦ ਨਾਲ ਆ? ਸੈਚੂਰੇਟਡ ਫੈਟਸ ਨਹੀਂ ਲੈਣੀਆਂ ਚਾਹੀਦੀਆਂ। ਉਹ ਫੈਟਸ ਜਿਹੜੀਆਂ ਸਰੀਰ ਦੇ ਅੰਦਰ ਜਮਾ ਕਰਦੀਆਂ। ਦੇਸੀ ਘਿਓ ਲੈ ਲਓ, ਮੱਖਣ ਲੈ ਲਓ, ਬਹੁਤ ਕਰੀਮ ਲੈ ਲਓ ਜਾਂ ਰੈੱਡ ਮੀਟਸ ਲੈ ਲਓ। ਇਹ ਸਾਰੀ ਦੀ ਸਾਰੀ ਫੈਟ ਹੈ ਜਿਹੜੀ ਇਹ ਖਾਣ ਦੇ ਨਾਲ ਸਰੀਰ ਦੇ ਅੰਦਰ ਜਮਾ ਕਰਦੀ ਹੈ। ਉਹਦੇ ਨਾਲ ਧਮਨੀਆਂ ਜਿਹੜੀਆਂ ਆ ਉਹਨਾਂ ਦਾ ਡਾਇਆ, ਬਲੱਡ ਵੈਸਲਸ ਦਾ ਡਾਇਆ ਛੋਟਾ ਹੁੰਦਾ ਹੈ, ਜਿਹਦੇ ਕਰਕੇ ਹਾਰਟ ਨੂੰ ਪਿੱਛੋਂ ਜ਼ਿਆਦਾ ਜ਼ੋਰ ਲਾਉਣਾ ਪੈਂਦਾ ਹੈ ਪੰਪ ਕਰਨ ਵਾਸਤੇ। ਉਹਦੇ ਨਾਲ ਪ੍ਰੈਸ਼ਰ ਵੱਧਦਾ ਹੈ, ਜਿਹਨੂੰ ਅਸੀਂ ਜਿਹੜੀ ਅੰਦਰੂਨੀ ਚਰਬੀ ਕਹੀ ਕਹਿ ਦਿੰਦੇ ਆ। ਹਾਂ, ਇਹ ਚਰਬੀ ਤੇ ਸਾਡੇ ਸਰੀਰ 'ਚ ਹੈਗੀ ਹੈ, ਪਰ ਇਹ ਜ਼ਿਆਦਾ ਘਾਤਕ ਉਦੋਂ ਹੁੰਦੀ ਹੈ ਜਦੋਂ ਸਾਡੀ ਖੂਨ ਦੀਆਂ ਜਿਹੜੀਆਂ ਧਮਨੀਆਂ ਨੇ ਉਹਨਾਂ ਦੇ ਅੰਦਰ ਦੇ ਦਾਇਰੇ ਵਿੱਚ ਜਮਾ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਰ ਕੀ ਹੁੰਦਾ ਹੈ ਕਿ ਕੋਲੈਸਟਰੋਲ ਜਿਹੜਾ ਹੈ ਵਧਿਆ ਆ ਤੇ ਉਹ ਫੈਟ ਜਿੱਥੇ ਜਿੱਥੇ ਉਹ ਜੰਮਦੀ ਜਾਣੀ ਹੈ, ਕਿਉਂਕਿ ਉਹ ਆਲਰੇਡੀ ਉਹ ਖਿੱਚ ਲੈਂਦੀ ਹੈ। ਉਹ ਖੂਨ 'ਚ ਜਿੰਨਾ ਟਰੈਵਲ ਕਰਦਾ ਹੈ ਉਹਨੂੰ ਖਿੱਚਦੀ ਜਾਂਦੀ ਹੈ ਤੇ ਉਹ ਛੋਟਾ ਹੁੰਦਾ ਜਾਂਦਾ ਦਾਇਰਾ। ਜਿੰਨਾ ਦਾਇਰਾ ਛੋਟਾ ਹੁੰਦਾ ਹੈ ਉਹ ਪਿੱਛੇ ਪੰਪ ਦੇ ਉੱਤੇ ਪ੍ਰੈਸ਼ਰ ਪੈਂਦਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਕਿ ਪ੍ਰੈਸ਼ਰ ਵਧਿਆ ਹੋਇਆ। ਹਾਰਟ ਕੀ ਕਰਦਾ ਹੈ? ਉਹਦੀਆਂ 2 ਮੂਵਮੈਂਟਸ ਨੇ, ਇੱਕ ਸੁਕੜਦਾ ਹੈ ਫਿਰ ਫੈਲਦੀ ਹੈ। ਜਦੋਂ ਸੁਕੜਦਾ ਆ ਉਹ ਹਾਈ ਹੋ ਗਿਆ, ਜਦੋਂ ਖਿੱਚਦਾ ਆ ਉਹ ਲੋ ਹੋ ਗਿਆ। ਓਕੇ। ਸੋ ਇਸ ਕਰਕੇ ਇਹ 2 ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਕਿ ਆਹ ਵਧਿਆ ਹੋਇਆ ਤੇ ਵੱਡਾ, ਆਹ ਘਟਿਆ ਹੋਇਆ। 2 ਮੇਜਰਮੈਂਟਸ ਅਸੀਂ ਕਰਦੇ ਹਾਂ, ਜਦੋਂ ਉੱਪਰਲਾ ਇੱਕ ਥੱਲੜਾ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਹੇਠਲਾ ਤੇ ਇੱਕ ਉੱਪਰਲਾ, ਇੱਕ ਹਾਈਪੋਟੈਂਸ਼ਨ, ਇੱਕ ਹਾਈਪਰਟੈਂਸ਼ਨ। ਸੋ ਇਹ ਸਾਨੂੰ ਇਹਦੇ ਜਿਹੜੇ ਕਾਰਨ ਨੇ ਉਹਨਾਂ ਦਾ ਜ਼ਰੂਰ ਪਤਾ, ਪਰ ਬਹੁਤ ਜ਼ਰੂਰੀ ਹੈ। ਅਸੀਂ ਪਹਿਲੀ ਟਾਕ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜੀਵਨ ਸ਼ੈਲੀ ਬਦਲੋ। ਲੈਟ ਯੂਰ ਫੂਡ ਬੀ ਯੂਰ ਮੈਡੀਸਨ। ਆਪਣੀ ਭੋਜਨ ਦੇ ਵਿੱਚੋਂ ਸੈਚੂਰੇਟਡ ਫੈਟਸ ਜਿਹੜੀ ਆ ਉਹਨੂੰ ਬੰਦ ਕਰ ਦਿਓ, ਉਹਨੂੰ ਘਟਾ ਦਿਓ, ਨਾ ਲਓ। ਅਸੀਂ ਰੋਜ਼ ਡੇਲੀ ਵਾਕ ਕਰਨ ਦਾ ਅਸੀਂ ਪਹਿਲੀਆਂ ਟਾਕਸ ਦੇ ਵਿੱਚ ਗੱਲ ਵੀ ਕੀਤੀ ਸੀ ਕਿ ਜੇ ਇੱਕ ਵੇਲੇ ਰੋਟੀ ਖਾਣੀ ਹੈ ਤੇ 6 ਕਿਲੋਮੀਟਰ ਸੈਰ ਕਰੋ, ਜੇ 2 ਵੇਲੇ ਰੋਟੀ ਖਾਣੀ ਹੈ ਤੇ ਹੋਰ 6 ਕਿਲੋਮੀਟਰ ਸੈਰ ਕਰੋ, ਜਿਹੜਾ ਬੜਾ ਔਖਾ ਪੈਂਦਾ ਹੈ। ਜਿਹੜੇ ਲੋਕ ਫਿਜ਼ੀਕਲ ਐਗਜ਼ਰਸ਼ਨ ਕਰਦੇ ਆ, ਜਿਨ੍ਹਾਂ ਦਾ ਕੰਮਕਾਰੀ ਮੁਸ਼ੱਕਤ ਵਾਲਾ ਹੈ, ਉਹਨਾਂ ਦੀ ਗੱਲ ਨਹੀਂ। ਜਿਹੜੇ ਸੈਡੈਂਟਰੀ ਲਾਈਫ ਸਟਾਈਲ ਜਿੰਦੇ ਆ, ਜਿਨ੍ਹਾਂ ਦਾ ਕੰਮ ਕਰਨ ਦਾ ਤਰੀਕਾਕਾਰ ਵੀ ਜਿਹੜਾ ਉਹ ਸੈਡੈਂਟਰੀ ਆ, ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਭਾਈ 2 ਵੇਲੇ ਰੋਟੀ ਖਾਣੀ ਹੈ ਤੇ 2 ਵੇਲੇ ਸੈਰ ਜ਼ਰੂਰ ਕਰ ਲਓ। ਜੇ ਨਹੀਂ ਕਰੋਗੇ ਤਾਂ ਫਿਰ ਜਮਾ ਹੋਏਗਾ। ਇਹਦੇ ਨਾਲ ਹੀ ਨਾਲ ਜਿੰਨਾ ਸਾਨੂੰ ਕੈਲੋਰੀਜ਼, ਜਿੰਨਾ ਭੋਜਨ ਸਾਨੂੰ ਚਾਹੀਦਾ
ਉਨਾ ਹੀ ਲਓ, ਐਕਸੈਸ ਨਾ ਕਰੋ। ਮਤਲਬ ਜਿਹੜੇ ਸਾਡੇ ਟੇਸਟ ਬਡਸ ਨੇ ਇਹਨਾਂ ਨੂੰ ਪਲੀਜ਼ ਕਰਨ ਦੇ ਲਈ ਤੇ ਰੋਟੀ ਬੜੀ ਸਵਾਦ ਲੱਗੀ ਹੈ, 1-2 ਹੋਰ ਦੇ ਦੇ, ਹੈ ਨਾ, ਆਹ ਚੀਜ਼ ਬੜੀ ਸਵਾਦ ਲੱਗੀ ਹੈ, ਆਈਸਕ੍ਰੀਮ ਹੋਰ ਦੇ ਦੇ। ਇਹ ਆਦਤ ਜਿਹੜੀ ਆ ਉਹ ਬਹੁਤ ਮਾੜੀ ਹੈ। ਸਾਨੂੰ ਕੀ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਸਵਾਦ ਲੱਗਦੀਆਂ ਫਿਰ ਉਦੋਂ ਅਸੀਂ ਅੱਗਾ ਪਿੱਛਾ ਨਹੀਂ ਵੇਖਦੇ, ਜਾਂ ਕਿਤੇ ਵਿਆਹ ਸ਼ਾਦੀ ਤੇ ਗਏ ਹੋਈਏ ਜਾਂ ਕਿਤੇ ਬਫੇ ਲੱਗਾ ਹੋਵੇ ਫਿਰ ਅਸੀਂ ਅੱਗਾ ਪਿੱਛਾ ਨਹੀਂ ਦੇਖਦੇ। ਫਿਰ ਉਹ ਸਾਨੂੰ ਡਸਟਬਿਨ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਸਰੀਰ ਘਬਰਾ ਜਾਂਦਾ ਹੈ। ਨਾ ਤੇ ਸਾਡੇ ਡਾਈਜੈਸਟਿਵ ਐਂਜ਼ਾਈਮਸ ਉਹਨਾਂ ਕੋਲੋਂ ਉਹ ਚੀਜ਼ਾਂ ਸਮਝਣੀਆਂ ਕੀ ਕਰਨਾ ਹੈ ਕੀ ਨਹੀਂ ਕਰਨਾ। ਬੁਰੀ ਹਾਲਤ ਹੈ। ਰਾਜਮਾ ਵੀ ਖਾਧੇ ਆ, ਮੁਰਗਾ ਵੀ ਖਾਧਾ ਆ, ਮੱਛੀ ਵੀ ਖਾਧੀ ਹੈ, ਮੀਟ ਵੀ ਖਾਧਾ ਆ। ਹੁਣ ਉਹ ਕੀ ਕਰੇਗਾ ਸਾਡਾ ਸਿਸਟਮ? ਇੰਨੀਆਂ ਸਾਰੀਆਂ ਮਲਟੀਪਲ ਪ੍ਰੋਟੀਨਸ ਨੂੰ ਕਨਵਰਟ ਹੀ ਨਹੀਂ ਉਹਦੇ ਕੋਲੋਂ ਹੋਣਾ। ਸੋ ਇਸ ਕਰਕੇ ਜਦੋਂ ਡਾਕਟਰ ਸਾਹਿਬ ਰੋਟੀ ਵਧੀ ਹੁੰਦੀ ਹੈ ਕਿਤੇ, ਅਸੀਂ ਉਹਨੂੰ ਅੰਦਰ ਸੁੱਟਣ ਦੀ ਗੇਰੀ ਕਰ ਲੈਂਦੇ ਵੀ ਮਕਾਓ ਹੁਣ। ਮੇਰੇ ਖਿਆਲ ਉਹ ਕਿੰਨੀ ਇੱਕ ਸਾਡੀ ਗਲਤ ਜੀ ਹੈਬਿਟ ਆ ਨਾ ਟੇਬਲ ਦੇ ਉੱਤੇ ਵੀ ਕਿ ਵਧੀ ਚੀਜ਼ ਨੂੰ ਮਕਾਉਣ ਦੇ ਖਾਤਰ ਅੰਦਰ ਸੁੱਟਣ ਦੀ ਕਰ ਲਈਦਾ। ਉਹਦੀ ਸਾਨੂੰ ਪ੍ਰਾਈਸ ਪੇ ਕਰਨੀ ਪੈਂਦੀ ਹੈ। ਜਦੋਂ ਵੀ ਅਸੀਂ ਸਰੀਰ ਦੇ ਨਾਲ ਧੱਕਾ ਕਰਾਂਗੇ, ਉਹ ਧੱਕਾ ਕਾਹਦੇ ਨਾਲ ਹੋਏਗਾ? ਇੱਕ ਤੇ ਹੈਗਾ ਟੇਸਟ ਬਡਸ ਨੂੰ ਪਲੀਜ਼ ਕਰਨ ਦੇ ਲਈ ਕਿ ਆ ਬੜਾ ਸਵਾਦ ਹੀ ਲਿਆ, ਇੱਕ ਫੁਲਕਾ ਹੋਰ ਦੇ ਦੇ, ਮੈਂ ਆਹ ਚੀਜ਼ ਹੈ ਮੈਂ ਹੋਰ ਦੇ ਦੇ। ਇਹਦੇ ਨਾਲ ਹੀ ਬਹੁਤ ਜ਼ਰੂਰੀ ਹੈ ਜਿਹੜੇ ਇੱਥੇ ਆਰਾਮ ਦਾ ਕੀੜਾ ਆ, 2 ਕੀੜਿਆਂ ਦੇ ਉੱਤੇ ਅਸੀਂ ਕਾਬੂ ਪਾ ਲਾਂਗੇ ਨਾ, ਇੱਕ ਟੇਸਟ ਬਡਸ ਦੇ ਤੇ ਇੱਕ ਆਰਾਮ ਦੇ ਕੀੜੇ, ਇਹਨਾਂ ਦੋਨਾਂ ਤੇ ਅਸੀਂ ਅਗਰ ਕਾਬੂ ਪਾ ਲਈਏ ਕਿ ਆਰਾਮ ਦਾ ਮਤਲਬ ਹੈ 2 ਵੇਲੇ ਸੈਰ ਕਰੋ। ਆਰਾਮ ਇਹਨਾਂ ਨਹੀਂ ਆਰਾਮ ਦੇਣਾ ਕਿ ਅਸੀਂ 2 ਵੇਲੇ ਸੈਰ ਜ਼ਰੂਰ ਕਰੋ। ਜਿਹੜੇ 2 ਵੇਲੇ ਸੈਰ ਨਹੀਂ ਕਰਦੇ, ਹੋਰ ਬੜੀਆਂ ਐਕਟੀਵਿਟੀਜ਼ ਨੇ। ਤੁਸੀਂ ਸਾਈਕਲਿੰਗ ਕਰ ਸਕਦੇ ਹੋ, ਸਵਿਮਿੰਗ ਕਰ ਸਕਦੇ ਹੋ, ਜੋਗਿੰਗ ਕਰ ਸਕਦੇ ਹੋ, ਰਨਿੰਗ ਕਰ ਸਕਦੇ ਹੋ, ਐਕਸਰਸਾਈਜ਼ ਕਰ ਸਕਦੇ ਹੋ, ਯੋਗਾ ਕਰ ਸਕਦੇ ਹੋ, ਕੈਲਿਸਥੈਨਿਕਸ ਕਰ ਸਕਦੇ ਹੋ, ਬਹੁਤ ਕੁਛ ਹੈ। ਸਰੀਰ ਨੂੰ ਹਿਲਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਸੋ ਇਹਨੂੰ ਅਸੀਂ ਕਹਿੰਦੇ ਹਾਂ ਜੀਵਨ ਸ਼ੈਲੀ ਬਦਲਣੀ। ਤੁਸੀਂ ਖਾਣਾ ਜਿਹੜਾ ਆ ਉਹਦੇ ਵਿੱਚ ਸੰਯਮ ਵਰਤੋ ਬਈ। ਖਾਣਾ ਤੁਹਾਡਾ ਸ਼ੁੱਧ ਹੋਣਾ ਚਾਹੀਦਾ ਹੈ, ਸੰਯਮ 'ਚ ਹੋਣਾ ਚਾਹੀਦਾ ਹੈ। ਤੇ ਖਾਣੇ ਨੂੰ ਸੰਯਮ ਦਾ ਮਤਲਬ ਹੈ ਥੋੜਾ ਖਾਣਾ, ਸ਼ੁੱਧ ਦਾ ਮਤਲਬ ਹੈ ਟੌਕਸਿਕ ਸਟਫ ਨਹੀਂ ਉਹਦੇ 'ਚ ਹੋਣਾ ਚਾਹੀਦਾ। ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਟੇਸਟ ਐਨਹੈਂਸਰਸ ਨੇ ਖਾਣੇ ਦੇ ਵਿੱਚ, ਅਸੀਂ ਸਵਾਦ ਬਣਾਉਣ ਵਾਸਤੇ ਪਾਊਡਰ ਦੀ ਫਾਰਮ ਦੇ ਵਿੱਚ ਬੜੀਆਂ ਸਾਰੀਆਂ ਚੀਜ਼ਾਂ ਪਾਉਣੇ ਆ। ਬਚੋ ਉਹਨਾਂ ਕੋਲੋਂ, ਤੁਹਾਨੂੰ ਪਤਾ ਨਹੀਂ ਉਹ ਕੀ ਕੁਛ ਹੈ। ਸੋ ਉਹਦਾ ਖੂਬਸੂਰਤੀ ਵਧਾਉਣ ਵਾਸਤੇ ਕਿ ਉਹਦੀ ਪ੍ਰੈਜੈਂਟੇਸ਼ਨ ਬੜੀ ਵਧੀਆ ਲੱਗੇ, ਉਹਦੇ 'ਚ ਅਸੀਂ ਐਡਿਡ ਕਲਰਸ ਪਾਉਣੇ ਆ, ਖੁਸ਼ਬੂਆਂ ਪਾਉਣੇ ਆ, ਰੰਗ ਪਾਉਣੇ ਆ, ਸਵਾਦ ਪਾਉਣੇ ਆ। ਉਹ ਸਾਰੇ ਦੇ ਸਾਰੇ ਕੈਮੀਕਲ ਜਿਹੜੇ ਆ ਘਾਤਕ ਸਿੱਧ ਹੋ ਰਹੇ ਨੇ। ਕੈਂਸਰ ਦੀ ਜੇ ਗੱਲ ਕਰੀਏ ਤੇ ਉਹਦੇ ਕਾਰਨਾਂ ਦੀ ਜੇ ਗੱਲ ਕਰੀਏ, ਜੇ ਅਸੀਂ ਕੁਦਰਤ ਦੇ ਬਣੇ ਹੋਏ ਰੰਗ, ਸਵਾਦ ਤੇ ਖੁਸ਼ਬੂਆਂ ਹੀ ਵਰਤੀਏ, ਡੱਬਾ ਬੰਦ, ਪਾਊਚ ਬੰਦ, ਬੋਟਲ ਬੰਦ, ਇਹ ਸਾਰੇ ਦਾ ਸਾਰਾ ਨਾ ਯੂਜ਼ ਕਰੀਏ ਤੇ ਅਸੀਂ 50% ਦੁਨੀਆ ਕੈਂਸਰ ਤੋਂ ਬਚ ਸਕਦੇ ਹਾਂ। ਕਿਉਂ? ਕੈਮੀਕਲਸ ਦਾ ਇਨਵੇਸ਼ਨ ਜਿਹੜਾ ਆ, ਬਾਡੀ ਬੜਾ ਕੁਝ ਸੰਭਾਲ ਲੈਂਦੀ ਹੈ, ਲੇਕਿਨ ਕੈਮੀਕਲਸ ਦਾ ਇਨਵੇਸ਼ਨ ਸਾਡੀ ਬਾਡੀ ਦੇ ਉੱਤੇ ਇਹ ਨਹੀਂ ਉਹਦੇ ਕੋਲੋਂ ਸਹਾਰਿਆ ਜਾਂਦਾ। ਭਾਵੇਂ ਬਹੁਤ ਵਾਰੀ ਅਸੀਂ ਓਵਰ ਮੈਡੀਕੇਸ਼ਨ ਕਰਦੇ ਹਾਂ, ਆਪਣੀ ਮਰਜ਼ੀ ਨਾਲ ਸੈਲਫ ਮੈਡੀਕੇਸ਼ਨ ਕਰਦੇ ਹਾਂ, ਡਾਕਟਰ ਦੀ ਮਰਜ਼ੀ ਨਾਲ ਨਹੀਂ ਹੈ। ਜਾਂ ਇਹ ਜਿਹੇ ਡਾਕਟਰ ਜਿਹੜੇ ਕਿ ਆ ਵੀ ਐਂਟੀਬਾਇਓਟਿਕ ਦੇ ਦੇ, ਆ ਵੀ ਦੇ ਦੇ, ਆ ਵੀ ਦੇ ਦੇ, ਸਰੀਰ ਨੂੰ ਸਪੋਇਲ ਕਰਨ ਤੱਕ ਜਾਂਦੇ ਆ। ਸੋ ਬਹੁਤ ਹੀ ਸੰਯਮ ਦੇ ਨਾਲ ਦਵਾਈਆਂ ਦੀ ਵਰਤੋਂ ਹੋਣੀ ਚਾਹੀਦੀ ਹੈ। ਸਹੀ। ਉਹ ਡਾਕਟਰਸ ਨੇ ਜਿਹੜੇ ਉਹ ਕਦੀ ਵੀ ਬੇਤਹਾਸ਼ਾ ਦਵਾਈਆਂ ਦੀ ਵਰਤੋਂ ਨਹੀਂ ਕਰਦੇ, ਬਹੁਤ ਸੰਯਮ ਦੇ ਨਾਲ ਕਰਦੇ ਜਿੰਨੀ ਚਾਹੀਦੀ ਹੈ। ਸੋ ਗੱਲ ਇਹ ਹੈ ਕਿ ਕੈਮੀਕਲਸ ਦੇ ਇਨਵੇਸ਼ਨ ਤੋਂ ਬਚਣਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਰੱਖਦਾ। ਸਾਡਾ ਸਰੀਰ ਜਿਹੜਾ ਹੈ ਬਾਕੀ ਸਾਰਾ ਕੁਝ ਬਰਦਾਸ਼ਤ ਕਰ ਲਏਗਾ, ਆਹ ਨਹੀਂ ਉਹਦੇ ਕੋਲੋਂ ਬਰਦਾਸ਼ਤ ਹੁੰਦਾ। ਬਹੁਤ ਸਾਰੇ ਟੇਸਟ ਐਨਹੈਂਸਰਸ ਨੇ, ਤੁਸੀਂ ਗੂਗਲ ਤੇ ਜਾ ਕੇ ਪੜ੍ਹ ਸਕਦੇ ਹੋ, 400 500 ਇੰਨਾ ਨੰਬਰ, 600 ਇੰਨਾ ਨੰਬਰ ਟੇਸਟ ਐਨਹੈਂਸਰ, ਪਤਾ ਨਹੀਂ ਕੀ ਚੀਜ਼ਾਂ ਨੇ, ਕਿੱਥੋਂ ਕਿੱਥੋਂ ਕੈਮੀਕਲਸ ਨੇ ਪਾਏ ਬਣਾਏ। ਉਹ ਸਾਨੂੰ ਅਵੋਇਡ ਕਰਨੇ ਚਾਹੀਦੇ ਆ। ਜਿੰਨਾ ਅਸੀਂ ਕੁਦਰਤ ਦੇ ਨਾਲ ਰਚ ਮਿਚ ਕੇ ਰਵਾਂਗੇ, ਜਿੰਨਾ ਅਸੀਂ ਸਿੰਪਲ ਕੁਕਿੰਗ, ਹੁਣ ਜੇ ਖਾਣੇ ਦੀ ਗੱਲ ਕਰੀਏ, ਫੂਡ ਦੀ ਗੱਲ ਕਰੀਏ, ਜਦੋਂ ਅਸੀਂ ਇਹ ਕਹਿੰਦੇ ਹਾਂ ਲੈਟ ਯੂਅਰ ਫੂਡ ਬੀ ਯੂਅਰ ਮੈਡੀਸਨ, ਜਦੋਂ ਅਸੀਂ ਧਰਤੀ 'ਚ ਬੀਜਦੇ ਹਾਂ, ਲੈਟ ਮੀ ਟਾਕ ਅਬਾਊਟ ਦਾ ਪੰਜਾਬ, ਆਪਾਂ ਸਭ ਤੋਂ ਪਹਿਲਾਂ ਜ਼ਮੀਨ ਵਾਹੁੰਦੇ ਹਾਂ ਤੇ ਜ਼ਮੀਨ ਦੇ ਥੱਲੇ ਅਸੀਂ ਪਹਿਲਾਂ ਖਾਦ ਪਾ ਲੈਂਦੇ ਹਾਂ। ਉਸ ਤੋਂ ਬਾਅਦ ਸੀਡ, 1990 ਤੱਕ ਤਾਂ ਸਾਨੂੰ ਸੀਡ ਹੁੰਦੇ ਸੀ ਘਰ, ਹਾਂ ਵੀ 2 ਬੋਰੀਆਂ ਖਾਣ ਲਈ ਰੱਖ ਲਓ, 2 ਬੋਰੀਆਂ ਬੀਜ ਲਈ ਰੱਖ ਲਓ, ਬਾਕੀ ਵੇਚ ਆਓ। ਉਹ ਬੀ ਮੁੱਕ ਗਏ, ਹੁਣ ਉਹ ਨਹੀਂ ਬੀ ਹੈਗੇ।
ਹੁਣ ਅਸੀਂ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਆਏ ਹੋਏ ਹਾਂ, ਜੋ ਸਾਨੂੰ ਦਿੰਦੇ ਆ ਖੇਸਬਾ ਉਹ ਅਸੀਂ ਬੀਜਦੇ ਆ। ਸਾਨੂੰ ਝਾੜ ਉਸ ਵੇਲੇ 20 ਪੀਪੇ ਹੁੰਦਾ ਸੀ ਕਿੱਲਾ 'ਚ, ਹੁਣ 20 ਕੁਇੰਟਲ ਨਿਕਲਦਾ। ਸਾਨੂੰ ਝਾੜ ਨਾਲ ਕੰਸਰਨ ਹੈ, ਕੀ ਬਣਦਾ ਉਹਦੀ ਨਾਲ ਨਹੀਂ ਹੈ। ਸੋ ਬੀਜ ਜਦੋਂ ਆਉਂਦਾ ਆ ਉਹ ਵੀ ਟ੍ਰੀਟਡ ਆ, ਉਹਦੇ ਤੇ ਪਹਿਲਾਂ ਹੀ ਦਵਾਈਆਂ ਲੱਗੀਆਂ ਹੋਈਆਂ। ਉਹ ਬੀਜ ਦਿੱਤਾ, ਉਸ ਤੋਂ ਬਾਅਦ ਤੁਸੀਂ ਹਰਬੇਸਾਈਡ, ਇਨਸੈਕਟੀਸਾਈਡ ਉਹਦੇ ਉੱਤੇ ਸੁੱਟਦੇ ਹੋ ਕਿ ਇਹਦੇ ਤੇ ਨਿੱਦਣ ਨਾ ਹੋਵੇ, ਇਹਦੇ ਤੇ ਕੀੜਾ ਮਕੌੜਾ ਨਾ ਹੋਵੇ। ਕਿੰਨੀਆਂ ਸਪਰੇਆਂ ਕਰਦੇ ਆ ਸਾਰੀਆਂ। ਫਸਲ ਸਾਡੇ ਘਰ ਆ ਗਈ, ਅਸੀਂ ਡਰਮ 'ਚ ਪਾ ਕੇ ਰੱਖ ਲਈ, ਫਿਰ ਕਹਿੰਦੇ ਇਹਨੂੰ ਕੀੜਾ ਨਾ ਲੱਗੇ, ਹੁਣ ਸਾਲ ਇਹਦੇ ਤੇ ਕੁਝ ਲੱਗਣਾ ਚਾਹੀਦਾ, ਫਿਰ ਅਸੀਂ ਗੋਲੀਆਂ ਪਾਉਨੇ ਆ। ਉਹ ਗੋਲੀਆਂ ਕੀ ਨੇ? ਸਲਫਾਸ। ਸਲਫਾਸ ਉਹ ਕੈਮੀਕਲ ਹੈ ਜਿਹਦਾ ਕਿਸੇ ਨੇ ਟੇਸਟ ਨਹੀਂ ਵੇਖਿਆ, ਜਿਹਨੇ ਚੱਖਿਆ ਉਹ ਟੇਸਟ ਦੱਸ ਨਹੀਂ ਸਕਿਆ। ਇੰਨੀ ਤੇਜ਼ ਤਰਾੜ ਚੀਜ਼ ਅਸੀਂ ਯੂਜ਼, ਕਿਵੇਂ ਅਸੀਂ ਬਚਾਂ, ਕਿੱਥੋਂ ਅਸੀਂ ਸ਼ੈਲਫ ਲਾਈਫ ਵਧਾਂ। ਸੋ ਕੁੱਲ ਮਿਲਾ ਕੇ ਬੀਜਣ ਤੋਂ ਪਹਿਲਾਂ ਤੇ ਖਾਣ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਕਿੱਥੇ ਕਿੱਥੇ ਕੈਮੀਕਲਸ ਨਹੀਂ ਯੂਜ਼ ਕੀਤੇ। ਉਸ ਤੋਂ ਬਾਅਦ ਕੁਕਿੰਗ ਦੀ ਗੱਲ ਆ ਗਈ, ਮੈਂ ਹੁਣੇ ਕਿਹਾ, ਫਿਰ ਅਸੀਂ ਐਡਿਡ ਫਲੇਵਰਸ ਪਾਉਣੇ ਆ, ਫਿਰ ਅਸੀਂ ਰੰਗ ਪਾਉਣੇ ਆ, ਫਿਰ ਉਹਦਾ ਸਵਾਦ ਵਧੀਆ ਹੋਵੇ ਉਹ ਪਾਉਣਾ, ਫਿਰ ਕੀ ਬਣੇਗਾ। ਫਿਰ ਖਾ ਕੇ ਖਾਧਾ ਡਕਾਰ ਮਾਰੇ ਤੇ ਸੌਂ ਗਏ, ਸਰੀਰ ਨੂੰ ਮੁਸ਼ੱਕਤ ਦੇਣੀ ਨਹੀਂ, ਤੇ ਫਿਰ ਅਸੀਂ ਬਿਮਾਰ ਨਹੀਂ ਹੋਣਾ, ਤੇ ਹੋਰ ਕੀ ਹੋਣਾ। ਫਿਰ ਰੱਬ ਨੇ ਤਾਂ ਸਾਨੂੰ 120 ਸਾਲ ਦੀ ਉਮਰ ਦੇ ਕੇ ਭੇਜਿਆ ਸੀ। ਅਸੀਂ ਇਸ ਵੇਲੇ 40 ਤੇ 4 ਡੱਬੇ ਪਏ ਹੁੰਦੇ ਆ ਬੈੱਡ ਸਾਈਡ ਤੇ, ਉਧਰ ਤੇ ਬੈੱਡ ਸਾਈਡ ਬੀਬੀ ਵੱਲ ਵੀ ਤੇ ਬਾਬੂ ਵੱਲ ਵੀ, ਦੋਨੋਂ ਪਾਸੇ 4-4 ਡੱਬੀਆਂ ਦਵਾਈਆਂ ਦੀਆਂ ਪਈਆਂ। 60 'ਚ 6 ਬਿਮਾਰੀਆਂ ਲੱਗੀਆਂ ਹੁੰਦੀਆਂ, ਉਹ ਤਾਂ ਸਾਡੀ ਆਪਣੀ ਮਰਜ਼ੀ ਨਾਲ ਆ ਰਹੀਆਂ ਨਾ। ਅੱਜ ਸਾਨੂੰ ਕੁਦਰਤ ਦੇ ਨਿਯਮਾਂ ਨੂੰ, ਕੁਦਰਤ ਦੇ ਮੁਤਾਬਕ, ਕੁਦਰਤ ਨਾਲ ਰਚ ਮਿਚ ਕੇ ਅਗਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਈਏ ਤੇ ਅਸੀਂ ਕਿੰਨੀਆਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਤੇ 100 ਸਾਲ ਦੀ ਉਮਰ ਤੱਕ ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਪੈਣੀ। ਕੋਈ ਛੋਟਾ ਮੋਟਾ ਹੋਇਆ ਚਲ ਹੋਇਆ ਤੇ ਠੀਕ ਹੈ ਜੀ। ਸੋ ਇਸ ਕਰਕੇ ਅਲਟੀਮੇਟ ਸਾਡੇ ਅੱਜ ਦੇ ਦਿਨ 'ਚ ਕੋਸ਼ਿਸ਼ ਹੈ ਸਾਡੀ ਇਮਿਊਨਿਟੀ ਵਧਾਉਣੀ, ਸਾਡੀ ਰੈਜ਼ਿਸਟੈਂਸ ਵਧਾਉਣੀ, ਸਰੀਰ ਦੇ ਅੰਦਰ ਸਾਡੇ ਕੋਲ ਇੰਨੀ ਤਾਕਤ ਹੋਵੇ ਕਿ ਛੋਟੀ ਮੋਟੀ ਇਨਫੈਕਸ਼ਨ, ਇਨਫੈਸਟੇਸ਼ਨ ਨੂੰ ਅਸੀਂ ਆਪ ਝੇਲ ਲਈਏ, ਬਰਦਾਸ਼ਤ ਕਰ ਲਈਏ। ਛੋਟਾ ਮੋਟਾ ਵਾਇਰਸ ਆ ਗਿਆ, ਛੋਟੀ ਮੋਟੀ ਬੈਕਟੀਰੀਆ ਆ ਗਿਆ, ਛੋਟੀ ਮੋਟੀ ਫੰਗਸ ਨੂੰ, ਸਾਡੇ ਅੰਦਰ ਇੱਕ ਫੌਜ ਹੈ ਇਹਨਾਂ ਨਾਲ ਲੜਨ ਵਾਸਤੇ, ਉਹ ਇਹਦੇ 'ਤੇ ਕਾਬੂ ਕਰ ਲਏ। ਇਸ ਚੀਜ਼ ਨੂੰ ਵਧਾਉਣ ਦੇ ਉੱਤੇ ਆਪਾਂ ਜ਼ੋਰ ਦਈਏ। ਉਹ ਚੀਜ਼ ਅਸੀਂ ਬਿਲਕੁਲ ਇਗਨੋਰ ਕੀਤੀ ਹੋਈ ਹੈ, ਜਿਹੜੀ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਬੜਾ ਈਜ਼ੀ ਸਮਝ ਲੈਂਦੀਆਂ ਤੇ ਸਾਨੂੰ ਅਪਰੋਚੇਬਲ ਹੈ ਕਿ ਚੱਲ ਇਹਨੂੰ ਹੁਣ ਫੜ ਲਓ, ਇਹਦੇ ਅੰਦਰ ਕੱਖ ਨਹੀਂ ਹੈਗਾ, ਖਾਲੀ ਹੈ। ਸੋ ਇਮਿਊਨਿਟੀ, ਰੈਜ਼ਿਸਟੈਂਸ ਤੁਹਾਡੀ ਤਾਂ ਬਣਨੀ ਹੈ ਜਦੋਂ ਤੁਹਾਡਾ ਭੋਜਨ ਔਰ ਤੁਹਾਡੀ ਜੀਵਨ ਸ਼ੈਲੀ, ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਆਹਾਰ, ਵਿਵਹਾਰ, ਆਚਾਰ, ਵਿਚਾਰ ਤੇ ਸੰਚਾਰ ਬਹੁਤ ਸ਼ੁੱਧ ਹੋਣਾ ਚਾਹੀਦਾ ਹੈ, ਬਹੁਤ ਸੰਯਮ ਵਾਲਾ ਹੋਣਾ ਚਾਹੀਦਾ ਹੈ, ਬਹੁਤ ਉੱਚਤਾ ਸੁੱਚਤਾ ਹੋਣੀ ਚਾਹੀਦੀ ਹੈ। ਤੇ ਅਸੀਂ 100 ਸਾਲ ਦੀ ਬਿਨਾਂ ਦਵਾਈ ਤੋਂ, ਬਿਨਾਂ ਡਾਕਟਰ ਤੋਂ ਜ਼ਿੰਦਗੀ ਨੂੰ ਜੀ ਸਕਦੇ। ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਵੇਲਾ ਸਮਾਪਤੀ ਦਾ ਹੋ ਗਿਆ, ਪਰ ਉਮੀਦ ਹੈ ਕਿ ਜਿਸ ਢੰਗ ਤਰੀਕੇ ਨਾਲ ਜਾਂ ਜਿਸ ਹਿੰਮਤ ਦੇ ਨਾਲ ਜਾਂ ਜਿਸ ਰਿਸਰਚ ਦੇ ਨਾਲ, ਜਿਸ ਮਿਹਨਤ ਦੇ ਨਾਲ ਤੁਸੀਂ ਸਾਰਾ ਕੁਝ ਸਮਝਾਇਆ, ਉਨੀ ਮਿਹਨਤ ਨਾਲ ਸਮਝਣ ਵਾਲੇ ਸਮਝਣਗੇ ਵੀ ਤੇ ਇਸ ਚੀਜ਼ ਨੂੰ ਲਾਗੂ ਵੀ ਕਰਨਗੇ। ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ ਜੀ। ਡਾਕਟਰ ਅਰਿਦਮਨ ਸਿੰਘ ਮਾਲ ਹੋਣਾ ਦੇ ਨਾਲ ਇਹ ਵਿਸ਼ੇਸ਼ ਗੱਲਬਾਤ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।